कोई मानसे वाला गुरदासपुर गया, गुरदासपुर वाला मानसे आया, कोई मलोट वाला चंडीगढ़ गया, कोई मोहाली गया, इस तरह क्यों होया? ਇਹ ਤਾਂ ਜੀ ਪਹਿਲਾਂ ਗੱਲਾਂ ਹੋਈਆਂ ਨੇ 15 ਲੱਖ ਲੈ ਕੇ ਰੱਖੇ ਹੋਏ ਨੇ ਦੁਆਰੀ। ਇਹ ਪੇਪਰ ਤਾਂ ਐਵੇਂ ਭਾਵੇਂ ਕੋਈ ਗੱਲ ਵਿੱਚ ਸੱਚਾਈ ਨਹੀਂ ਹੋਊਗੀ, ਪਰ ਉਹ ਕਿਉਂ ਗੱਲ ਹੋ ਰਹੀ ਹੈ ਕਿ ਸਾਡੇ ਇਤਿਹਾਸ ਵਿੱਚ ਗੱਲਾਂ ਵਾਪਰਦੀਆਂ ਨੇ ਕਿ 1153 ਨੂੰ ਤਾਂ ਨੌਕਰੀ ਮਿਲ ਜੂਗੀ ਇਹਨਾਂ ਚੋਂ, ਬਾਕੀ 2,34,000 ਦੇ ਨੇੜੇ ਜਿਹੜਾ ਵਿਦਿਆਰਥੀ ਹੈ ਉਹ ਫਿਰ ਅਗਲੀ ਦੌੜ 'ਚ ਪਊਗਾ, ਫਿਰ ਅਗਲੇ ਟੈਸਟ ਦੀ ਦੌੜ 'ਚ ਪਊਗਾ। ਤੇ ਮੈਨੂੰ ਤਾਂ ਇਹ ਲੱਗਦਾ ਕਿ ਜੇ ਇੱਕ ਦੋ ਵਾਰੀ ਤਿੰਨ ਵਾਰੀ ਇਸ ਤਰ੍ਹਾਂ ਹੋ ਗਿਆ ਤੇ ਲੋਕਾਂ ਨੇ ਇਹੋ ਜਿਹੀਆਂ ਪੋਸਟਾਂ ਵਾਸਤੇ ਅਪਲਾਈ ਕਰਨੋਂ ਹੀ ਹਟ ਜਾਣਾ। ਨੌਜਵਾਨ ਮੁੰਡੇ ਕੁੜੀਆਂ, ਜਿਵੇਂ ਕੋਈ ਵਿਅਕਤੀ ਪਹਿਲਾਂ ਹੀ ਜੰਗ ਲੜਨ ਤੋਂ ਹਾਰ ਜਾਂਦਾ ਹੈ, ਉੱਦਾਂ ਦਾ ਉਹਨਾਂ ਦੇ ਚਿਹਰਿਆਂ ਤੇ ਜੋ ਮਾਯੂਸੀ ਸੀਗੀ, ਪਰੇਸ਼ਾਨੀ। ਸਰਕਾਰ ਭਰਤੀਆਂ ਕਿਉਂ ਨਹੀਂ ਕਰਦੀ? ਇਹਦਾ ਇੱਕ ਮੁੱਢਲਾ ਕਾਰਨ ਕੀ ਹੁੰਦਾ ਹੈ? ਲੋਕ ਲੁਭਾਊ ਨੀਤੀਆਂ, ਲੋਕ ਲੁਭਾਊ ਲਾਰੇ ਲੋਕਾਂ ਨੂੰ ਲਾਉਂਦੇ ਨੇ, ਵਾਅਦੇ ਕਰਦੇ ਨੇ। ਉਹਦੇ ਨਾਲ ਖਜ਼ਾਨੇ ਦਾ ਕੀ ਹਾਲ ਹੋਇਆ ਹੈ ਕਿ ਖਜ਼ਾਨੇ ਦੀ ਆਮਦਨ ਵਾਲੇ ਪਾਸੇ ਤਾਂ ਕੁਝ ਨਹੀਂ ਹੈਗਾ, ਖਰਚ ਵਾਲੇ ਪਾਸੇ ਇਹ ਉਸ ਪਾਸੇ ਖਰਚ ਕਰ ਰਹੇ ਨੇ ਜਿਹੜੇ ਪਾਸਿਓਂ ਇਹਨਾਂ ਨੂੰ ਆਪਣੀਆਂ ਵੋਟਾਂ ਪੱਕੀਆਂ ਜਾਂ ਵੋਟ ਬੈਂਕ ਦਿਸਦਾ ਹੈ। ਹਰ ਸਾਲ ਪੋਸਟਾਂ ਖਾਲੀ ਹੁੰਦੀਆਂ ਨੇ, ਹਰ ਸਾਲ ਭਰਤੀਆਂ ਥੋੜੀਆਂ ਹੁੰਦੀਆਂ ਨੇ ਤੇ ਇੰਨੇ ਵੱਡੇ ਜਿਹੜੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਾ ਮਾੜੇ ਸਹਿਣ ਕਰਨੇ ਪੈਣ ਕਿ ਇੱਕ ਪ੍ਰੀਖਿਆ ਦੇ ਵਾਸਤੇ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਬੱਚੇ ਅਪਲਾਈ ਕਰ ਰਹੇ ਨੇ ਤੇ ਪੋਸਟਾਂ ਦਾ ਦੇਖੋ, ਜੇ ਆਪਾਂ ਅਨੁਪਾਤਕ ਤਰੀਕੇ ਨਾਲ ਦੇਖੀਏ ਤਾਂ ਆਟੇ 'ਚ ਲੂਣ ਬਰਾਬਰ ਵੀ ਨਹੀਂ ਹੈਗੀਆਂ। 2,33,000 ਤੋਂ ਵੱਧ ਨੌਜਵਾਨ ਪਟਵਾਰੀ ਬਣਨ ਚੱਲੇ ਸੀ। 1100 ਕੁਛ ਭਰਤੀਆਂ ਨੇ। ਕੀ ਬਣੂਗਾ ਬੇਰੁਜ਼ਗਾਰ ਪੰਜਾਬ ਦਾ? ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਪਟਵਾਰੀ ਦਾ ਪੇਪਰ ਹੋਇਆ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਚਰਚਾਵਾਂ ਇਸ ਗੱਲ ਦੀਆਂ ਹੋਈਆਂ ਕਿ ਕਿੰਨੀ ਵੱਡੀ ਬੇਰੁਜ਼ਗਾਰੀ ਦੇ ਨਾਲ ਅਸੀਂ ਜੂਝ ਰਹੇ ਹਾਂ। ਚਰਚਾਵਾਂ ਇਹ ਵੀ ਹੋਈਆਂ ਕਿ ਸਰਕਾਰ ਨੇ ਆਪਣਾ ਮਾਲੀਆ ਭਰ ਲਿਆ ਔਰ ਇੱਕ ਪੋਸਟ ਬੜੀ ਵਾਇਰਲ ਹੋਈ, ਬਲਜੀਤ ਸਿੰਘ ਜੀ ਦੀ ਪੋਸਟ ਵਾਇਰਲ ਹੋਈ ਜਿੱਥੇ ਉਹ ਉਦਾਸ ਚਿਹਰਿਆਂ ਦੀ ਚਰਚਾ ਕਰਦੇ ਨੇ। ਸਾਡੇ ਨਾਲ ਇਸ ਵੇਲੇ ਬਲਜੀਤ ਸਿੰਘ ਜੀ ਸਕਾਈਪ ਇੰਟਰਵਿਊ ਦੇ ਵਿੱਚ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮੱਕੜ ਸਾਹਿਬ, ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਦਰਸ਼ਕਾਂ ਦੇ ਰੂਬਰੂ ਕੀਤਾ। ਬਹੁਤ ਮੈਂ ਚਾਹੁੰਦਾ ਕਿ ਤੁਸੀਂ ਪਹਿਲਾਂ ਉਸੇ ਪੋਸਟ ਦਾ ਹੂਬਹੂ ਜ਼ਿਕਰ ਕਰੋ ਕਿ ਤੁਹਾਡੇ ਜ਼ਿਹਨ ਦੇ ਵਿੱਚ ਕੀ ਆਇਆ ਜੋ ਸੋਸ਼ਲ ਤੇ ਤੁਸੀਂ ਲਿਖਦੇ ਹੋ, ਪੂਰੀ ਦੁਨੀਆ 'ਚ ਫਿਰ ਉਹ ਵਾਇਰਲ ਹੁੰਦੀ ਹੈ। ਉਦਾਸ ਚਿਹਰੇ, ਕਿਹੜੇ ਉਦਾਸ ਚਿਹਰੇ ਦਿਸੇ ਤੁਹਾਨੂੰ? ਮੱਕੜ ਸਾਹਿਬ, ਜਦੋਂ ਅਸੀਂ ਆਪਣੇ ਆਲੇ ਦੁਆਲੇ ਕੁਝ ਚੀਜ਼ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ ਤੇ ਜਿੰਨਾ ਦੇਰ ਉਹਦੇ ਵਾਸਤੇ ਲਿਖ ਨਾ ਲਈਏ ਉਹਨਾਂ 'ਚ ਕਿਉਂਕਿ ਮੈਂ ਖੁਦ ਲੇਖਕ ਹੋਣ ਦੇ ਨਾਤੇ ਉਨੀ ਦੇਰ ਚੈਨ ਨਾਲ ਨਹੀਂ ਬੈਠਿਆ ਜਾਂਦਾ, ਆਰਾਮ ਨਾਲ। ਗੱਲ ਇੱਦਾਂ ਹੀ ਹੋਈ ਕਿ ਜਦੋਂ ਹੀ ਇਹ ਇੱਕ ਹਾਲਾਤਾਂ ਦਾ ਦ੍ਰਿਸ਼ ਚਿੱਤਰਨ ਸੀਗਾ, ਇੱਕ ਤਰ੍ਹਾਂ ਨਾਲ ਦ੍ਰਿਸ਼ ਸੀ ਜਿਹੜਾ ਮੇਰੇ ਸਾਹਮਣੇ ਸੀ ਕਿ ਇੱਕ ਪ੍ਰੀਖਿਆ ਕੇਂਦਰ ਦੇ ਵਿੱਚ ਪਟਵਾਰੀ ਦੀ ਪ੍ਰੀਖਿਆ ਦੇਣ ਆਉਂਦੇ ਨੇ ਪ੍ਰੀਖਿਆਰਥੀ ਤੇ ਬਹੁਤ ਦੂਰੋਂ ਆਉਂਦੇ ਨੇ। ਪਹਿਲੀ ਗੱਲ ਤਾਂ ਉਹਨਾਂ ਦੇ ਇੱਥੇ ਪਹੁੰਚਣ ਦਾ, ਕਿਉਂਕਿ ਉਹਨਾਂ ਵਾਸਤੇ ਨਵਾਂ ਇਲਾਕਾ ਸੀ। ਗੁਰਦਾਸਪੁਰ ਵਾਲੇ ਮਾਨਸਾ ਫਿਰਦੇ ਆ, ਮੋਹਾਲੀ ਵਾਲੇ ਬਠਿੰਡੇ ਫਿਰਦੇ ਆ, ਬਠਿੰਡੇ ਵਾਲੇ ਅੰਮ੍ਰਿਤਸਰ ਫਿਰਦੇ ਤੇ ਇੰਨੇ ਸਫ਼ਰ ਕਰਕੇ ਜਾਣਾ ਤੇ ਉਹਨਾਂ ਨੂੰ ਪ੍ਰੀਖਿਆ ਕੇਂਦਰ ਹੀ ਮਸਾਂ ਲੱਭਦਾ ਤੇ ਉਹ ਅੱਧੇ ਤੱਕ ਘਬਰਾਏ ਹੋਏ, ਪਜ਼ਲ ਹੋਏ ਹੁੰਦੇ ਨੇ ਪਹਿਲਾਂ ਹੀ ਪ੍ਰੀਖਿਆ। ਤੇ ਪ੍ਰੀਖਿਆ ਦੇ ਅੰਦਰ ਜਦੋਂ ਪ੍ਰੀਖਿਆ ਹਾਲ ਦੇ ਵਿੱਚ ਉਹ ਦਾਖਲ ਹੋ ਰਹੇ ਸੀਗੇ, ਜਦੋਂ ਕਿ 9:30 ਦਾ ਟਾਈਮ ਸੀ ਜਦੋਂ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਦੇ, ਤਾਂ ਉਹ ਕੁਛ ਤਾਂ ਦੂਰੋਂ ਆਉਣ ਕਰਕੇ, ਕੁਛ ਜਦੋਂ ਉਹਨਾਂ ਨੇ ਦੇਖਿਆ ਕਿ 1150 ਉਹਨਾਂ ਨੂੰ ਪਤਾ ਸੀ ਕਿ ਪੋਸਟਾਂ ਨੇ ਤੇ ਲੱਖਾਂ ਨੇ, 2,35,000 ਦੇ ਤਕਰੀਬਨ ਅਪਲਾਈ ਕੀਤਾ ਹੋਇਆ ਹੈ ਬੱਚਿਆਂ ਨੇ, ਲੜਕੇ ਲੜਕੀਆਂ ਨੇ। ਤਾਂ ਜਿਵੇਂ ਕੋਈ ਗੇਮ ਪਹਿਲੇ ਹਾਰਿਆ ਹੁੰਦਾ ਵੀ ਕੋਈ ਨੰਬਰ ਤਾਂ ਆਉਣਾ ਨਹੀਂ। ਕਈ ਤਾਂ ਮੈਂ ਦੇਖੇ, ਉਹਨਾਂ ਨਾਲ ਇੱਕ ਦੋ ਨਾਲ ਮੈਂ ਗੱਲ ਵੀ ਕੀਤੀ, ਉਹ ਕਹਿੰਦੇ ਵੀ ਸਾਨੂੰ ਤਾਂ ਸਾਡੇ ਮਾਤਾ ਪਿਤਾ ਜਾਂ ਉਹ ਕਰਦੇ ਨੇ ਕੰਪੈਲ ਕੇ ਜ਼ਰੂਰ ਜਾਓ। ਤਾਂ ਉਹਨਾਂ ਦੇ ਚਿਹਰੇ ਦੇਖ ਕੇ ਕਿਸੇ ਦੇ ਚਿਹਰੇ ਤੇ ਸਰ ਇਹ ਖੁਸ਼ੀ ਨਹੀਂ ਸੀਗੀ, ਇਹ ਕੋਈ ਜਲਾਲ ਨਹੀਂ ਸੀਗਾ ਕਿ ਅਸੀਂ ਕੰਪੀਟੀਸ਼ਨ ਦੀ ਪ੍ਰੀਖਿਆ ਦੇਣ ਆਏ ਹਾਂ ਤੇ ਅਸੀਂ ਇਹਨੂੰ ਇੰਨੀ ਦੇਣਾ ਹੈ ਵਧੀਆ ਤਰੀਕੇ ਨਾਲ ਕਿ ਸਾਡੀ ਸਿਲੈਕਸ਼ਨ ਹੋ ਜਾਏ। ਜਿਵੇਂ ਕੋਈ ਵਿਅਕਤੀ ਪਹਿਲਾਂ ਹੀ ਜੰਗ ਲੜਨ ਤੋਂ ਹਾਰ ਜਾਂਦਾ ਹੈ, ਉੱਦਾਂ ਦਾ ਉਹਨਾਂ ਦੇ ਚਿਹਰਿਆਂ ਤੇ ਜੋ ਮਾਯੂਸੀ ਸੀਗੀ, ਪਰੇਸ਼ਾਨੀ। ਹਾਂਜੀ, ਤੁਹਾਨੂੰ ਲੱਗਿਆ ਕਿ ਇਹ ਸਿਸਟਮ ਦਾ ਫੇਲੀਅਰ ਹੈ? ਇਹ ਇੱਕ ਸ਼ੀਸ਼ਾ ਸੀਗਾ ਸਾਡਾ, ਜਿਹੜਾ ਸਮਾਜਿਕ ਤਾਣੇ ਬਾਣੇ ਦੀ ਇੱਕ ਤਸਵੀਰ ਦਾ ਸ਼ੀਸ਼ਾ ਸੀਗਾ ਕਿ ਦਰਅਸਲ ਆ ਪਿਆ ਸਾਡਾ ਨੌਜਵਾਨ ਜਿਹੜਾ ਬਾਹਰ ਨੂੰ ਪ੍ਰਵਾਸ ਕਰ ਰਿਹਾ
ਜਿਹੜਾ ਇਹ ਸੋਚਦਾ ਕਿ ਹੁਣ ਇੱਥੇ ਕੁਝ ਨਹੀਂ ਰਹਿ ਗਿਆ, ਜਿਹੜਾ ਹਤਾਸ਼ ਹੈ, ਉਹਦਾ ਸਪਸ਼ਟ ਕਾਰਨ ਸਾਹਮਣੇ ਆਇਆ? ਬਿਲਕੁਲ ਜੀ, ਇੱਕ ਸੀਨ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਇਹ ਇੱਕ ਮੈਸੇਜ ਵਾਂਗ ਸੀਗਾ ਕਿ ਸਰਕਾਰਾਂ ਨੇ ਰੁਜ਼ਗਾਰ ਦੇ ਮੌਕੇ ਪਿਛਲੇ ਸਮਿਆਂ 'ਚ ਨਾ ਕਰਕੇ ਪੈਦਾ, ਇਹ ਜਿਹੜਾ ਸਾਡਾ ਨੌਜਵਾਨ ਬਾਹਰ ਜਾ ਰਿਹਾ, ਲੜਕੇ ਲੜਕੀਆਂ ਵਿਦੇਸ਼ਾਂ 'ਚ ਜਾ ਰਹੇ ਨੇ, ਇਹ ਸਾਰਾ ਇਸੇ ਸਿਸਟਮ ਦੀ ਦੇਣ ਹੈ। ਤੇ ਇੱਕ ਗੱਲ ਹੋਰ ਇੱਥੇ ਵੱਡੀ ਇਹ ਹੈ ਕਿ ਜੇ ਤਾਂ ਨਾਲ ਦੀ ਨਾਲ ਭਰਤੀਆਂ ਹੁੰਦੀਆਂ ਰਹਿਣ, ਹਰ ਸਾਲ ਪੋਸਟਾਂ ਖਾਲੀ ਹੁੰਦੀਆਂ ਨੇ, ਹਰ ਸਾਲ ਭਰਤੀਆਂ ਥੋੜੀਆਂ ਥੋੜੀਆਂ ਹੁੰਦੀਆਂ ਰਹਿਣ, ਤੇ ਇੰਨੇ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਨਾ ਮਾੜੇ ਸਹਿਣ ਕਰਨੇ ਪੈਣ ਕਿ ਇੱਕ ਪ੍ਰੀਖਿਆ ਦੇ ਵਾਸਤੇ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਬੱਚੇ ਅਪਲਾਈ ਕਰ ਰਹੇ ਨੇ, ਤੇ ਪੋਸਟਾਂ ਦਾ ਦੇਖੋ ਜੇ ਆਪਾਂ ਅਨੁਪਾਤਕ ਤਰੀਕੇ ਨਾਲ ਦੇਖੀਏ ਤਾਂ ਆਟੇ 'ਚ ਲੂਣ ਬਰਾਬਰ ਵੀ ਨਹੀਂ ਹੈਗੀਆਂ। ਤੇ ਇਹ ਸਾਡੇ ਸਿਸਟਮ ਦਾ ਬੜੀ ਵੱਡਾ ਅੱਛਾ। ਹੁਣ ਇਹ ਰੁਜ਼ਗਾਰ ਕਿਤੇ ਇਹ ਨਹੀਂ ਕਿ ਇੱਕਦਮ ਆ ਜਾਣਾ ਸੀਗਾ, ਇਹ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਨੂੰ ਚਾਹੀਦਾ ਸੀ ਕਿ ਹੌਲੀ ਹੌਲੀ ਜਿਸ ਤਰ੍ਹਾਂ ਵੈਕੈਂਸੀਆਂ ਹੁੰਦੀਆਂ ਨੇ, ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਚੋਣਾਂ ਦੇ ਵਿੱਚ, ਜਦੋਂ ਆਮ ਚੋਣਾਂ ਹੁੰਦੀਆਂ ਨੇ ਵਿਧਾਨ ਸਭਾਵਾਂ ਦੀਆਂ, ਤਾਂ ਸਰਕਾਰਾਂ ਦਾ ਆਪਦੇ ਹੋਰ ਹੀ ਕੰਮਾਂ ਨੂੰ ਲੱਗ ਜਾਂਦੀਆਂ ਨੇ। ਕੋਈ ਕਿਸੇ ਕੁਰਸੀ ਨੂੰ ਹੈ, ਕੋਈ ਕਿਸੇ ਹੋਰ ਚਾਲਬਾਜ਼ੀ ਨੂੰ ਹੈ, ਕੋਈ ਲੀਡਰ ਕੁਰਸੀ ਲੈਣੀ ਚਾਹੁੰਦਾ ਹੈ, ਕਿਸੇ ਨੂੰ ਕੁਰਸੀ ਗੁਆਚਣ ਦਾ ਫਿਕਰ ਹੈ। ਉਹਨਾਂ ਦਾ ਉਹੀ ਕੰਮ ਨਹੀਂ ਠੀਕ ਹੁੰਦਾ 5 ਸਾਲ, ਤੇ ਜਦੋਂ ਇਲੈਕਸ਼ਨ ਨੇੜੇ ਆਉਂਦੇ ਨੇ ਤੇ ਉਹ ਇਹੋ ਜਿਹੇ ਆ ਕਰਕੇ ਪੋਸਟਾਂ ਕੱਢਦੀਆਂ, ਹੁਣ ਟੀਚਰ ਦੀਆਂ ਕੱਢੀਆਂ, ਪੁਲਿਸ ਦੀਆਂ ਕੱਢੀਆਂ, ਪਟਵਾਰੀਆਂ ਦੀਆਂ ਕੱਢੀਆਂ। ਅਜੇ ਜਿਸ ਦਿਨ ਪੁਲਿਸ ਦਾ ਟੈਸਟ ਹੋਏਗਾ ਨਾ, ਪੁਲਿਸ ਦੇ ਜਿਹੜੇ ਸਿਪਾਹੀ ਜਾਂ ਹੋਰ ਰੈਂਕ ਦੇ ਅਧਿਕਾਰੀ ਰੱਖਣੇ ਆ, ਤੁਸੀਂ ਦੇਖੋਗੇ ਉਸ ਦਿਨ ਵੀ ਕੀ ਪੰਜਾਬ ਦੀਆਂ ਸੜਕਾਂ ਤੇ ਰਸ਼ ਹੁੰਦਾ, ਦੇਖਿਓ। ਮੈਂ ਕਈ ਵਾਰ ਅਕਸਰ ਦੇਖਿਆ ਹਾਲਾਤ ਜਦੋਂ ਆਰਮੀ ਦਾ ਹੁੰਦਾ ਹੈ ਜਾਂ ਪੁਲਿਸ ਦਾ ਹੁੰਦਾ ਹੈ, ਗੁਰਦੁਆਰਿਆਂ 'ਚ ਥਾਂ ਨਹੀਂ ਲੱਭਦੀ, ਬੱਸ ਸਟੈਂਡਾਂ ਤੇ ਬੱਚੇ ਰਾਤਾਂ ਨੂੰ ਸੁੱਤੇ ਪਏ ਹੁੰਦੇ ਹੈ। ਮਸਲੇ ਦਾ ਹੱਲ ਜਿਹੜਾ ਉਹਦੇ ਵੱਲ, ਕਿਉਂਕਿ ਹੈਰਾਨੀ ਦੀ ਗੱਲ ਹੈ, ਇਸ ਕਰਕੇ ਮੈਂ ਗੱਲ ਕਰ ਰਿਹਾ ਕਿ 1153 ਨੂੰ ਤਾਂ ਨੌਕਰੀ ਮਿਲ ਜੂਗੀ ਇਹਨਾਂ 'ਚੋਂ, ਬਾਕੀ 2,34,000 ਦੇ ਨੇੜੇ ਜਿਹੜਾ ਵਿਦਿਆਰਥੀ ਹੈ ਉਹ ਫਿਰ ਅਗਲੀ ਦੌੜ 'ਚ ਪਊਗਾ, ਫਿਰ ਅਗਲੇ ਟੈਸਟ ਦੀ ਦੌੜ 'ਚ ਪਊਗਾ। ਬਿਲਕੁਲ ਜੀ, ਇਹ ਇੱਥੋਂ ਤੱਕ ਕਿ ਬਹੁਤ ਸਾਰੇ ਵਿਦਿਆਰਥੀ ਆਪਦੀ ਦੇਖ ਕੇ ਪ੍ਰੀਖਿਆ ਕੇਂਦਰ ਤੇ ਉਹ ਐਬਸੈਂਟ ਹੀ ਹੋ ਗਏ। ਜਿਵੇਂ ਹੁਣ ਕੋਈ ਲੜਕੇ ਨੇ, ਚਲੋ ਲੜਕਿਆਂ ਨੂੰ ਹੁੰਦਾ ਹੈ ਕਿ ਜਾ ਕੇ ਇੱਕ ਰਾਤ ਪਹਿਲਾਂ ਚਲੇ ਜਾਵਾਂਗੇ, ਕਿਸੇ ਗੁਰਦੁਆਰੇ 'ਚ ਠਹਿਰ ਜਾਵਾਂਗੇ, ਕਿਸੇ ਹੋਰ ਥਾਂ ਤੇ ਸਰਾਂ 'ਚ ਠਹਿਰ ਜਾਵਾਂਗੇ। ਹੁਣ ਲੜਕੀ ਕੀ ਕਰੇ? ਇਕੱਲੀ ਲੜਕੀ ਨੇ ਜੇ ਗੁਰਦਾਸਪੁਰ ਜਾਂ ਹੋਰ ਕਿਸੇ ਸ਼ਹਿਰ 'ਚੋਂ ਫਤਿਹਗੜ੍ਹ ਸਾਹਿਬ ਤੋਂ ਮਾਨਸਾ ਜ਼ਿਲ੍ਹੇ 'ਚ ਆਉਣਾ ਹੋਵੇ ਤਾਂ ਉਹਦਾ ਕੋਈ ਇੱਥੇ ਰਿਸ਼ਤੇਦਾਰ ਵੀ ਨਾ ਹੋਵੇ ਜਾਂ ਨੇੜੇ ਪ੍ਰੀਖਿਆ ਕੇਂਦਰ ਤੇ ਉਹ ਕੀ ਕਰੇ? ਸੋ ਇਸ ਕਰਕੇ ਬਹੁਤ ਸਾਰੀ ਵੱਡੀ ਗਿਣਤੀ 'ਚ ਲੋਕ ਐਬਸੈਂਟ ਵੀ ਹੋਏ, ਗੈਰ ਹਾਜ਼ਰ ਵੀ ਹੋਏ। ਤੇ ਇਹ ਜਿਹੜਾ ਇਹ ਗੱਲ ਠੀਕ ਕਹੀ ਕਿ ਫਿਰ ਅਪਲਾਈ ਕਰਨਗੇ। ਜਦੋਂ ਅਪਲਾਈ ਕਰਦੇ ਨੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ, ਤਾਂ ਸਰਕਾਰਾਂ ਨੂੰ 1 ਕਰੋੜਾਂ ਰੁਪਏ ਦੀ ਆਮਦਨ ਵੀ ਹੋ ਜਾਂਦੀ ਹੈ। ਤੇ ਜਿਹੜੀ ਹੁਣ ਕੀ ਕੀਤਾ, ਤੁਸੀਂ ਪੜ੍ਹਿਆ ਹੋਣਾ ਨੋਟਿਸ ਕਿ 500 ਰੁਪਇਆ ਫੀਸ ਕਰਾਏਗਾ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ। ਹਾਂ, ਮੈਨੂੰ ਹੁਣੇ ਕੁਝ ਵਿਦਿਆਰਥੀਆਂ ਨੇ ਕੰਟੈਕਟ ਕੀਤਾ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ, ਜਿਨ੍ਹਾਂ ਨੇ ਕਿਹਾ ਕਿ ਤਕਰੀਬਨ 7 ਤੋਂ 8 ਸਵਾਲ ਜਿਹੜੇ ਉਹ ਗਲਤ ਨੇ, ਜੋ ਗਲਤੀ ਬੋਰਡ ਦੀ ਗਲਤੀ ਹੈ, ਸਾਡੀ ਗਲਤੀ ਨਹੀਂ ਹੈ। ਔਰ ਉਹਨੂੰ ਚੈੱਕ ਕਰਨ ਵਾਸਤੇ ਜੇ ਅਪਲਾਈ ਕਰਨਾ ਤਾਂ 500 ਰੁਪਇਆ ਹਰੇਕ ਸਵਾਲ ਦਾ, ਯਾਨੀ ਕਿ 4000 ਰੁਪਇਆ ਹੋਰ ਦੇਣਾ ਪੈਣਾ ਉਹਦੇ ਵਾਸਤੇ। ਹਾਂਜੀ, ਉਹ ਹੋਰ ਦੇਣਾ ਪੈਣਾ, ਤੇ ਆਪਦੀਆਂ ਗਲਤੀਆਂ ਨੂੰ ਤਾਂ ਇਹਦੇ ਵਿੱਚ ਮੰਨਿਆ ਹੀ ਨਹੀਂ ਗਿਆ। ਕਿਸੇ ਤਰ੍ਹਾਂ ਗੋਲ ਮੋਲ ਘੁਮਾ ਫਿਰਾ ਕੇ ਫਿਰ ਕਹਿ ਦੇਣਗੇ ਕਿ ਇਹ ਵਿਦਿਆਰਥੀ ਨੇ ਜਿਹੜਾ ਇਤਰਾਜ਼ ਵਾਸਤੇ ਫੀਸ ਕਰਾਈ ਹੈ ਜਮ੍ਹਾਂ, ਉਹ ਇਹਨਾਂ ਲਿਖਿਆ ਵੀ ਵਿੱਚ ਹੈਗਾ ਕਿ ਜੇ ਇਤਰਾਜ਼ ਤੁਹਾਡਾ ਠੀਕ ਹੋਇਆ ਤਾਂ ਰਿਫੰਡ ਕਰ ਦਿੱਤੀ ਜਾਊਗੀ। ਪਰ ਰਿਫੰਡ ਵਾਲਾ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕਿੰਨਾ ਕੁ ਚੱਲਦਾ ਇਹੋ ਜਿਹੀਆਂ ਜਿਹੜੀਆਂ ਅਮਾਊਂਟ, ਕਿੰਨੀਆਂ ਕੁ ਰਿਫੰਡ ਹੁੰਦੀਆਂ। ਕਿ ਇਹ ਮਾਨਸਿਕ ਤੌਰ ਤੇ ਇੱਕ ਸੋਸ਼ਲ ਜੇ ਪਿਕਚਰ ਬਣਾਈਏ, ਤਸਵੀਰ ਬਣਾਈਏ ਇੱਕ, ਤਾਂ ਇਹ ਮਾਨਸਿਕ ਤੌਰ ਤੇ ਟੁੱਟਣ ਵਾਲੀ ਤਸਵੀਰ ਹੈ ਸਾਡੇ ਨੌਜਵਾਨ ਦੀ। ਉਹ ਸੀਨ, ਉਹੀ ਦ੍ਰਿਸ਼ ਤਾਂ ਮੈਂ ਕ੍ਰੀਏਟ ਕੀਤਾ ਸੀਗਾ ਕਿ ਸਾਡੇ ਜਿਹੜੀ ਇਹ ਉਮਰ ਹੁੰਦੀ ਹੈ, ਜਿਹੜੀ ਪ੍ਰੀਖਿਆਰਥੀਆਂ ਦੀ ਉਮਰ ਸੀ, ਇਹ ਉਮਰ ਮਾਯੂਸ ਹੋਣ ਵਾਲੀ, ਨਿਰਾਸ਼ਾ ਵਾਲੀ ਨਹੀਂ ਹੋਣੀ ਚਾਹੀਦੀ। ਉਹਨਾਂ ਦੇ ਚਿਹਰੇ ਤੇ ਕੁਛ ਨਾ ਕੁਛ ਹੋਪ, ਕੁਛ ਨਾ ਕੁਛ ਉਮੀਦ ਹੋਣੀ ਚਾਹੀਦੀ, ਪਰ ਉਹ ਬੇਉਮੀਦੇ ਹੋ ਚੁੱਕੇ ਨੇ। ਮੈਨੂੰ ਤਾਂ ਇਹ ਲੱਗਦਾ ਕਿ ਜੇ 1 2 ਵਾਰੀ 3 ਵਾਰੀ ਇਸ ਤਰ੍ਹਾਂ ਹੋ ਗਿਆ ਤੇ ਲੋਕਾਂ ਨੇ ਇਹੋ ਜਿਹੀਆਂ ਪੋਸਟਾਂ ਵਾਸਤੇ ਅਪਲਾਈ ਕਰਨੋਂ ਹੀ ਹਟ ਜਾਣਾ। ਨੌਜਵਾਨ ਮੁੰਡੇ ਕੁੜੀਆਂ ਦੀ ਕੋਈ ਸੁਣਵਾਈ ਨਹੀਂ, ਤੇ ਅਨੁਪਾਤਕ ਤੌਰ ਤੇ ਇੰਨਾ ਵੱਡਾ ਪਾੜਾ ਹੈ। ਦੇਖੋ, ਇੱਕ ਹੋਰ ਮੈਂ ਇੱਥੇ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਪਟਵਾਰੀਆਂ ਦੀਆਂ ਪੋਸਟਾਂ 1100 ਜਿਹੜੀਆਂ 52 ਦੱਸੀਆਂ ਗਈਆਂ ਜਿਨ੍ਹਾਂ ਵਾਸਤੇ ਪ੍ਰੀਖਿਆ ਹੋਈ, ਐਕਚੁਅਲ ਪੋਸਟਾਂ ਉਸ ਤੋਂ ਦੁੱਗਣੀਆਂ ਖਾਲੀ ਨੇ, ਪਰ ਉਹ ਭਰਦੇ ਨਹੀਂ। ਇਸ ਸਾਲ ਇਹ ਪ੍ਰੀਖਿਆ ਦਾ ਨਤੀਜਾ ਆਉਂਦਿਆਂ ਇਹਨਾਂ ਪੋਸਟਾਂ ਦੀ ਗਿਣਤੀ, ਮੈਨੂੰ ਕੋਈ ਇਸ ਵਿਭਾਗ ਦਾ ਹੀ ਬੰਦਾ ਦੱਸ ਰਿਹਾ ਸੀ, 3500 ਤੋਂ ਵੱਧ ਹੋ ਜਾਣੀ ਹੈ।
ਤਾਂ ਕਿਉਂ ਨਹੀਂ ਇਹਦੇ ਵਿੱਚ ਵੀ 3500 ਰੱਖਿਆ ਜਾਂਦਾ, ਉਹਦੀ ਲਿਸਟ ਬਣਾ ਕੇ, ਕੋਈ ਵੇਟਿੰਗ ਲਿਸਟ ਜਾਂ ਪੈਨਲ ਬਣਾ ਕੇ ਇਹਦੇ ਵਿੱਚੋਂ ਸਾਰੀਆਂ ਪੋਸਟਾਂ ਹੀ ਭਰ ਲਈਆਂ ਜਾਣ। ਵਾਰ-ਵਾਰ ਲੋੜ ਹੀ ਨਾ ਪਵੇ ਉਹਨਾਂ ਨੂੰ ਭਰਨ ਦੀ, ਕੁਝ ਸਾਲ 2-4 ਸਾਲ ਪੈ ਜਾ ਕਰਨ। ਜਿਵੇਂ ਪੰਜਾਬ ਦੇ ਕਾਲਜਾਂ ਦੇ ਵਿੱਚ ਭਰਤੀਆਂ ਨਹੀਂ ਹੋਈਆਂ ਬਹੁਤ ਸਾਲਾਂ ਤੋਂ, ਅੱਜ ਉਹ ਵੀ ਆਪਣੀ ਲੜਾਈ ਇੱਕ ਲੜ ਰਹੇ ਨੇ ਕਿ ਆਉਣ ਵਾਲੇ ਅਗਲੇ ਸਾਲ ਤੱਕ ਜਿਹੜੇ ਆ ਕਾਲਜ ਉਹ ਖਾਲੀ ਹੋ ਜਾਣਗੇ, ਉੱਥੇ ਲੈਕਚਰਰ ਨਹੀਂ ਰਹਿਣੇ। ਸਰਕਾਰ ਭਰਤੀਆਂ ਕਿਉਂ ਨਹੀਂ ਕਰਦੀ? ਇਹਦਾ ਇੱਕ ਮੁੱਢਲਾ ਕਾਰਨ ਕੀ ਹੁੰਦਾ ਹੈ? ਕਿ ਸਰਕਾਰ ਆਪਣੇ ਖਜ਼ਾਨੇ 'ਚ ਵਾਧਾ? ਹਾਂ, ਮੁੱਢਲਾ ਕਾਰਨ ਸਰ ਇਹੀ ਹੈ ਮੱਕੜ ਸਾਹਿਬ, ਕਿ ਕੀ ਕੀਤਾ ਸਰਕਾਰਾਂ ਨੇ ਕਿ ਇਹ ਉੱਥੇ ਪੈਸੇ ਲਾ ਰਹੀਆਂ ਨੇ ਜਿੱਥੋਂ ਇਹਨਾਂ ਨੂੰ ਵੋਟ ਆਉਂਦੀ ਹੈ, ਜਿੱਥੋਂ ਇਹਨਾਂ ਦਾ ਵੋਟ ਬੈਂਕ ਹੈ। ਇੱਕ ਵਰਗ ਕੋਲੋਂ ਪੈਸੇ ਲੈ ਕੇ ਦੂਜੇ ਨੂੰ ਦੇ ਦਿੰਦੀ ਹੈ ਸਰਕਾਰ। ਇਸ ਪਾਸੇ ਸਿੱਖਿਆ ਵਾਲੇ ਪਾਸੇ, ਸਿਹਤ ਵਾਲੇ ਪਾਸੇ ਤਾਂ ਸੁਹਿਰਦ ਹੈਗੀ ਨਹੀਂ ਹੈ, ਭਾਵੇਂ ਕੋਈ ਸਰਕਾਰਾਂ ਵੀ ਸੀਗੀਆਂ। ਜਿਹੜਾ ਇਹ ਅੱਜ ਲੋਕ ਲਭਾਊ ਨੀਤੀਆਂ, ਲੋਕ ਲਭਾਊ ਲਾਰੇ ਲੋਕਾਂ ਨੂੰ ਲਾਉਂਦੇ ਨੇ, ਵਾਅਦੇ ਕਰਦੇ ਨੇ, ਉਹਦੇ ਨਾਲ ਖਜ਼ਾਨੇ ਦਾ ਕੀ ਹਾਲ ਹੋਇਆ ਹੈ ਕਿ ਖਜ਼ਾਨੇ ਦੀ ਆਮਦਨ ਵਾਲੇ ਪਾਸੇ ਤਾਂ ਕੁਝ ਨਹੀਂ ਹੈਗਾ, ਖਰਚ ਵਾਲੇ ਪਾਸੇ ਇਹ ਉਸ ਪਾਸੇ ਖਰਚ ਕਰ ਰਹੇ ਨੇ ਜਿਹੜੇ ਪਾਸਿਓਂ ਇਹਨਾਂ ਨੂੰ ਆਪਣੀਆਂ ਵੋਟਾਂ ਪੱਕੀਆਂ ਜਾਂ ਵੋਟ ਬੈਂਕ ਦਿਸਦਾ ਹੈ। ਜਿਸ ਤਰ੍ਹਾਂ ਕਿ ਇਸ ਵੇਲੇ ਜਿਹੜੀ ਕਾਲਜਾਂ ਦੀ ਤੁਸੀਂ ਗੱਲ ਕੀਤੀ ਹੈ, ਉਹਨੂੰ ਇਸ ਨਾਲ ਜ਼ਰੂਰੀ ਨਹੀਂ ਸਮਝਿਆ। ਇੱਕ ਹੋਰ ਹੋਇਆ ਕਿ ਕੋਵਿਡ ਦੇ ਜਿਹੜੇ ਆ ਪੌਣੇ 2 ਸਾਲ ਹੋ ਗਏ ਲਗਭਗ, ਇਹਦੇ ਵਿੱਚ ਸਿੱਖਿਆ ਦੇ ਨਾਂ ਦੀ ਸਿੱਖਿਆ ਹੀ ਰਹਿ ਗਈ। ਆਨਲਾਈਨ ਪੇਪਰ ਹੁੰਦੇ ਆ, ਬੱਚੇ ਪੇਪਰ ਬਹੁਤੇ ਸਾਰੇ ਦੇਖ ਕੇ ਕਰਦੇ ਆ, ਉੱਥੋਂ ਨੰਬਰ ਚਲੇ ਜਾਂਦੇ ਆ, ਉੱਥੋਂ DMC ਜਾਂ ਮਾਰਕਸ਼ੀਟ ਬਣ ਕੇ ਆ ਰਹੀਆਂ ਨੇ। ਵੈਸੇ ਬੱਚੇ ਦੇ ਜਿਹੜਾ ਆਪਣੇ ਕੋਲੇ ਇਨਫੋਰਮੇਸ਼ਨ ਨੌਲੇਜ ਹੋਣੀ ਚਾਹੀਦੀ ਸੀ, ਐਜੂਕੇਸ਼ਨ ਹੋਣੀ ਚਾਹੀਦੀ ਸੀ, ਉਹ ਤਾਂ ਉਹਦੇ ਕੋਲੇ ਰਹਿ ਨਹੀਂ ਗਈ। ਤਾਂ ਉਹ ਇਸੇ ਕਰਕੇ ਜਿਹੜਾ ਕਲਾਸਰੂਮ ਦੇ ਵਿੱਚ ਜੇ ਪੋਸਟਾਂ ਭਰੀਆਂ ਹੁੰਦੀਆਂ, ਕਾਲਜਸ ਦੇ ਵਿੱਚ ਭਰੀਆਂ, ਤੇ ਲੋਕਾਂ ਨੂੰ ਰੀਅਲ ਐਜੂਕੇਸ਼ਨ ਮਿਲਣੀ ਸੀ, ਰੀਅਲ ਇਨਫੋਰਮੇਸ਼ਨ ਮਿਲਣੀ ਸੀ, ਜਿਹੜੀ ਕਿ ਨਹੀਂ ਮਿਲ ਰਹੀ। ਤੇ ਇਹੋ ਜਿਹੇ ਜਿਹੜੇ ਜਦੋਂ ਐਗਜ਼ਾਮ ਹੁੰਦੇ ਨੇ ਇਹਦੇ ਵਿੱਚ ਉਹਨਾਂ ਕੋਲੇ ਕੁਝ ਨਹੀਂ ਹੁੰਦਾ, ਸਿਰਫ ਕੁਆਲੀਫਾਈ ਕਰਦੇ ਹੁੰਦੇ ਨੇ ਕਿ ਅਸੀਂ BA ਕਰ ਲਈ ਹੈ, ਅਸੀਂ MA ਕਰ ਲਈ ਹੈ, ਅਸੀਂ +2 ਕਰ ਲਈ ਹੈ। ਅਸਲ ਵਿੱਚ ਜਦੋਂ ਪੇਪਰ ਆਉਂਦਾ ਤਾਂ ਉਹਨੂੰ ਹੱਲ ਕਰਨ ਵਾਸਤੇ ਉਹਨਾਂ ਕੋਲੇ ਜਿਹੜੀ ਯੋਗਤਾ ਜਾਂ ਜਿਹੜੀ ਇੰਟੈਲੀਜੈਂਸ ਚਾਹੀਦੀ ਉਹ ਹੁੰਦੀ ਨਹੀਂ ਗੀ ਸਰ। ਜਿਹੜਾ ਕੋਈ ਮਾਨਸੇ ਵਾਲਾ ਗੁਰਦਾਸਪੁਰ ਗਿਆ, ਗੁਰਦਾਸਪੁਰ ਵਾਲਾ ਮਾਨਸੇ ਆਇਆ, ਕੋਈ ਮਲੋਟ ਵਾਲਾ ਚੰਡੀਗੜ੍ਹ ਗਿਆ, ਕੋਈ ਮੋਹਾਲੀ ਗਿਆ, ਇਸ ਤਰ੍ਹਾਂ ਕਿਉਂ ਹੋਇਆ? ਸਰਕਾਰ ਦੀ ਇਹ ਮਿਸਮੈਨੇਜਮੈਂਟ ਬੋਰਡ ਦੀ ਰਹੀ ਹੈ ਜਾਂ ਫਿਰ ਇਹ ਕੋਈ ਖਾਸ ਨੀਤੀ ਦੇ ਤਹਿਤ ਇੰਜ ਕੀਤਾ ਜਾਂਦਾ ਹੈ? ਨੀਤੀ ਸਾਰੇ ਇਹਨਾਂ ਦੀ ਵੱਡੀ ਇਹੀ ਹੁੰਦੀ ਹੈ ਕਿ ਜਿਹੜੇ ਲੋਕਲ, ਜਿਹੜਾ ਹੁਣ ਸਟਾਫ ਲੋਕਲ ਲੱਗ ਗਿਆ, ਜਿਹੜੇ ਸਾਡੇ ਸਟਾਫ ਸੀ ਮਾਨਸਾ ਜ਼ਿਲ੍ਹੇ ਦਾ ਲੋਕਲ ਲੱਗ ਗਿਆ, ਇਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਬੱਚੇ ਵੀ ਲੋਕਲ ਅਪੀਲ ਹੋਏ ਤੇ ਉਹ ਜਾਣਦੇ ਹੋਣ ਇੱਕ ਦੂਜੇ ਨੂੰ, ਹਾਲਾਂਕਿ ਇਹੋ ਜਿਹੀ ਗੱਲ ਕੁਝ ਨਹੀਂ ਹੁੰਦੀ। ਤਾਂ ਇਹਦਾ ਇੱਕ ਮੇਰਾ ਇੱਕ ਸਵਾਲ ਹੈ ਇੱਥੇ ਕਿ ਸਾਡਾ ਡਿਪਾਰਟਮੈਂਟ, ਸਾਡਾ ਬੋਰਡ, ਸਾਡੇ ਟੀਚਰਸ ਦੀ, ਅਧਿਆਪਕਾਂ ਦੇ ਕਰੈਕਟਰ ਤੇ ਵੀ ਇਹ ਸਵਾਲ ਕਰਦਾ ਕਿ ਜੇ ਜਾਣਦੇ ਹੈ, ਹੁਣ ਜਾਣਦੇ ਤਾਂ ਅਸੀਂ ਜਿਹੜੇ ਸਕੂਲ 'ਚ ਪੜ੍ਹੇ ਹੁੰਦੇ ਆ ਬਚਪਨ ਤੋਂ, ਸਾਰੇ ਟੀਚਰ ਜਾਣਦੇ ਹੁੰਦੇ ਆ, ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਨੂੰ ਪੇਪਰ ਕਰਾਉਣ ਲੱਗ ਜਾਣਗੇ। ਇਹ ਵੀ ਤਾਂ ਇੱਕ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਸਾਨੂੰ ਟਰਸਟ ਨਹੀਂ ਹੈ ਇਹਦਾ ਮਤਲਬ? ਬਿਲਕੁਲ ਵਿਸ਼ਵਾਸ ਨਹੀਂ ਹੈਗਾ, ਕਿਉਂਕਿ ਸਾਡਾ ਇਤਿਹਾਸ ਦੱਸਦਾ, ਜਿਵੇਂ ਹੁਣ ਬੱਚੇ ਕਹਿ ਰਹੇ ਸੀਗੇ, ਬੱਚਿਆਂ ਦੀ ਮੈਂ ਸੁਣੀ ਗੱਲ ਕਿ ਇਹ ਤਾਂ ਜੀ ਪਹਿਲਾਂ ਗੱਲਾਂ ਹੋਈਆਂ ਨੇ, 15-15 ਲੱਖ ਲੈ ਕੇ ਰੱਖੇ ਹੋਏ ਨੇ, ਦੁਆਰੀ ਇਹ ਪੇਪਰ ਤਾਂ ਐਵੇਂ, ਭਾਵੇਂ ਕੋਈ ਗੱਲ ਵਿੱਚ ਸੱਚਾਈ ਨਹੀਂ ਹੋਊਗੀ, ਪਰ ਉਹ ਕਿਉਂ ਗੱਲ ਹੋ ਰਹੀ ਹੈ ਕਿ ਸਾਡੇ ਇਤਿਹਾਸ ਵਿੱਚ ਗੱਲਾਂ ਵਾਪਰਦੀਆਂ ਨੇ। ਇਹ ਪਿਛਲੇ ਸਮਿਆਂ 'ਚ ਹੁੰਦਾ ਰਿਹਾ ਤੇ ਸਾਡੇ ਬੱਚਿਆਂ ਨੂੰ ਇਹ ਲੱਗਦਾ ਹੀ ਨਹੀਂ ਕਿ ਫੇਰ ਪ੍ਰੀਖਿਆ ਹੋ ਕੇ ਫੇਰ ਸਿਲੈਕਸ਼ਨ ਹੋਏਗੀ। ਦੂਸਰੀ ਗੱਲ ਬੇਵਿਸ਼ਵਾਸੀ ਦੀ, ਇਹ ਗੱਲਾਂ ਚਲੋ ਸਕੂਲ ਕਾਲਜ ਲੈਵਲ ਤੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਹੋਈ ਹੋਵੇ ਗੱਲ, ਪਰ ਜਿਹੜਾ ਸਟਾਫ ਹੁੰਦਾ ਉਹ ਜਿਹੜੀ ਇਹ ਪ੍ਰੀਖਿਆ ਸੀ ਇਹਦੇ ਵਿੱਚ ਤਾਂ ਪ੍ਰਬੰਧ ਇੰਨੇ ਪੁਖਤਾ ਸੀਗੇ, ਵੀਡੀਓਗ੍ਰਾਫੀ ਸੀ, ਹੋਰ ਸੀ, ਪ੍ਰੀਖਿਆ ਅਮਲਾ ਸੀ, ਉਸ ਉੱਤੇ ਅਮਲਾ ਸੀ, ਉਸ ਉੱਪਰ ਹੋਰ ਅਮਲਾ ਸੀ, 3-4 ਲੇਅਰ ਸੀ ਦੀਆਂ, 3-4 ਲੇਅਰ ਤੇ ਕੰਮ ਹੋ ਰਿਹਾ ਸੀ, ਤੇ ਉਹਦੇ ਵਿੱਚ ਪੋਸੀਬਲ ਨਹੀਂ ਸੀ ਹੈਗਾ ਕਿ ਕੋਈ ਇਦਾਂ ਦੀ ਉਹ ਹੈਲਪ ਵਾਲੀ ਗੱਲ ਹੁੰਦੀ। ਤੇ ਇਹ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਨੇੜੇ, ਜੇ ਪੇਪਰ ਨੇੜੇ ਵੀ ਹੁੰਦੇ ਤੇ ਇੰਨਾ ਕੋਈ ਵੱਡਾ ਫਰਕ ਨਹੀਂ ਸੀ ਪੈਣਾ। ਮੰਨ ਲਓ ਕੋਈ 25-30 ਕਿਲੋਮੀਟਰ ਤੱਕ ਕਰ ਦੇਣਾ ਚਾਹੀਦਾ ਹੈ। ਜੇ ਕੋਈ ਮਾਨਸੇ ਵਾਲੇ ਨੂੰ ਤੁਸੀਂ ਮੌੜ ਭੇਜ ਦਿਓ, ਸਰਦੂਲਗੜ੍ਹ ਭੇਜ ਦਿਓ, ਕਰਦੇ ਹਾਂ, ਹਾਂਜੀ, ਮਾਨਸਾ ਵਾਲੇ ਨੂੰ ਬਰਨਾਲੇ ਕਰ ਦਿਓ, ਬਠਿੰਡੇ ਵਾਲੇ ਨੂੰ ਮਾਨਸਾ ਕਰ ਦਿਓ, ਚਲੋ ਇੰਨਾ ਕੁ ਰੱਖ ਲਓ ਤੁਸੀਂ ਡਿਸਟੈਂਸ ਜਿਹੜਾ ਹੈਗਾ, ਜਿਹੜਾ ਆਸਾਨੀ ਨਾਲ ਹੋ ਸਕਦਾ। ਇੱਕ ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਵਿਦਿਆਰਥੀ ਉੱਤੇ ਇਹ ਵੀ ਇੱਕ ਮਾਨਸਿਕ ਦਬਾਅ ਹੁੰਦਾ ਹੈ ਕਿ ਚਾਹੇ ਕੁੜੀਆਂ, ਖਾਸ ਤੌਰ ਤੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹਨੇ ਮੰਨ ਲਓ ਗੁਰਦਾਸਪੁਰ ਤੋਂ ਇੱਕ ਖਿਡਾਰੀ ਦਾ ਲੈ ਲਓ, ਜਦੋਂ ਆਪਦੀ ਹੋਮ ਟਰਫ ਤੇ ਖੇਡਦਾ ਹੈ ਤਾਂ ਉਹਦੀ ਪਰਫਾਰਮੈਂਸ ਹੋਰ ਹੁੰਦੀ ਹੈ, ਜਦੋਂ ਕਿਤੇ ਬਹੁਤ ਦੂਰ ਜਾ ਕੇ ਦੂਜੇ ਦੇਸ਼ ਤੇ ਖੇਡਦਾ ਉਹਦੀ ਪਰਫਾਰਮੈਂਸ ਥੋੜੀ ਜਿਹੀ ਬਦਲ ਜਾਂਦੀ ਹੈ। ਇਹੀ ਵਿਦਿਆਰਥੀਆਂ ਦਾ, ਜੇ ਉਹਨਾਂ ਦਾ ਪ੍ਰੀਖਿਆ ਕੇਂਦਰ ਨੇੜੇ ਹੁੰਦਾ, ਆਪਣੇ ਹਾਲਾਤਾਂ 'ਚ ਹੁੰਦੇ,
ਉੱਠ ਕੇ ਸਵੇਰੇ ਆ ਜਾਂਦੇ, ਉਹਨਾਂ ਨੂੰ ਦੂਰ ਪੰਧ ਦੀ ਚਿੰਤਾ ਨਾ ਹੁੰਦੀ, ਉਹਨਾਂ ਨੂੰ ਹੋਰ ਇਲਾਕੇ ਦੀ ਚਿੰਤਾ ਨਾ ਹੁੰਦੀ ਵੀ ਪ੍ਰੀਖਿਆ ਕੇਂਦਰ ਕਿੱਥੇ ਹੈ, ਸਾਨੂੰ ਤਾਂ ਪਤਾ ਹੀ ਨਹੀਂ। ਤੇ ਉਹਦੇ ਨਾਲ ਫਰਕ ਪੈਂਦਾ। ਦੂਰ ਜਾ ਕੇ ਤੇ ਉਹਨਾਂ ਬੱਚਾ ਫਰੈਸ਼ ਜਾਂ ਉਹਨਾਂ ਫੇਰ ਨਹੀਂ ਕਰ ਪਾਉਂਦਾ ਜਿੰਨਾ ਉਹ ਨੇੜੇ ਕਰ ਪਾਉਂਦਾ, ਨੇੜੇ ਦੇ ਕੇਂਦਰਾਂ ਦੇ ਵਿੱਚ। ਬੱਸਾਂ ਦੇ ਹਾਲਾਤ ਅਸੀਂ ਦੇਖੇ, ਜਿਵੇਂ 1947 ਦੀ ਪਾਰਟੀਸ਼ਨ ਵੇਲੇ ਰੇਲ ਗੱਡੀਆਂ ਤੇ ਲੋਕ ਚੜ੍ਹ ਕੇ ਆਏ ਸੀ, ਉਸ ਹਿਸਾਬ ਨਾਲ ਤਾਂ ਪ੍ਰੀਖਿਆਰਥੀ ਵਿਚਾਰੇ ਬੱਸਾਂ ਦੀ ਛੱਤਾਂ ਤੇ ਮਸਾਂ ਬਹਿ ਕੇ ਗਏ ਹੈ। ਬਿਲਕੁਲ ਸਰ, ਦੇਖੋ ਇੱਕ ਦੋ ਐਕਸੀਡੈਂਟ ਵੀ ਹੋਏ ਨੇ ਤੇ ਬੱਸਾਂ ਦੀਆਂ ਛੱਤਾਂ ਤੇ ਵਿਦਿਆਰਥੀਆਂ ਨੂੰ ਵੇਖ ਕੇ ਮੈਨੂੰ ਵਾਰ-ਵਾਰ ਇੱਕ ਗੱਲ ਯਾਦ ਆ ਰਹੀ ਸੀਗੀ ਕਿ ਇਹਨਾਂ ਦਾ ਹੁਣ ਕੋਵਿਡ ਡਿਸਟੈਂਸ ਕਿੱਥੇ ਹੈ, ਇਹਨਾਂ ਦਾ ਮਾਸਕ ਸਿਸਟਮ ਕਿੱਥੇ ਹੈ, ਤੇ ਮਤਲਬ ਕੋਈ ਉਹਦੇ ਵਿੱਚ ਕੋਈ ਸਾਵਧਾਨੀ। ਬੱਸਾਂ ਐਤਵਾਰ ਸੀ, ਬੱਸਾਂ ਘੱਟ ਚੱਲੀਆਂ, ਕਈ ਪ੍ਰਾਈਵੇਟ ਆਪਰੇਟਰ ਐਤਵਾਰ ਬੱਸਾਂ ਨਹੀਂ ਚਲਾਉਂਦੇ ਕਿ ਕਮਾਈ ਨਹੀਂ ਹੋਣੀ, ਬਹੁਤ ਰੂਟਾਂ ਤੇ ਬੱਸਾਂ ਘੱਟ ਚੱਲੀਆਂ। ਲੋਕਲ ਰੂਟ ਜਿਹੜੇ ਸੀ ਰਿਮੋਟ ਏਰੀਆ ਵਿੱਚ ਕਈ ਸੈਂਟਰ ਸੀਗੇ। ਮੈਨੂੰ ਅਜੇ ਯਾਦ ਹੈ ਕਿ ਇੱਕ ਭੀਖੀ ਸਟੇਸ਼ਨ ਬਣਿਆ, ਉਹ ਸ਼ਹਿਰ ਤੋਂ ਪਾਸੇ ਹੈ ਤੇ ਉਹ ਬਹੁਤ ਲੋਕਾਂ ਨੂੰ ਲੱਭਿਆ ਹੀ ਨਹੀਂਗਾ, ਤੇ ਉਹ ਵਿਦਿਆਰਥੀਆਂ ਦੀ ਸ਼ਹਿਰ ਭੀਖੀ ਕਸਬੇ ਵਾਲਿਆਂ ਨੇ ਮਦਦ ਕੀਤੀ, ਉਹਨਾਂ ਨੂੰ ਗੱਡੀਆਂ ਤੇ 3 ਵੀਲਰਾਂ ਤੇ ਛੱਡ ਕੇ ਆਉਂਦੇ ਰਹੇ। ਉਹ ਪਿੰਡੂ ਜਿਹਾ ਸਕੂਲ ਸੀਗਾ, ਉਹਦੇ ਵਿੱਚ ਉਹ ਆ ਨਹੀਂ ਰਿਹਾ ਸੀ, ਗੂਗਲ ਮੈਪ 'ਚ ਵੀ ਨਹੀਂ ਸੀ ਆ ਰਿਹਾ ਜਿਹੜੇ ਅੱਜ ਕੱਲ੍ਹ ਬੱਚੇ ਵਰਤਦੇ ਆ, ਤੇ ਇਹੋ ਜਿਹੀਆਂ ਸਥਿਤੀ ਪੈਦਾ ਹੋਈਆਂ। ਔਰ ਮੇਰੇ ਖਿਆਲ ਇੱਕ ਦਿਨ ਪਹਿਲਾਂ ਤੱਕ ਪ੍ਰੀਖਿਆਰਥੀਆਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਸਾਡਾ ਸੈਂਟਰ ਕਿਹੜਾ, ਅਸੀਂ ਜਾਣਾ ਕਿੱਥੇ ਹੈ। ਬਿਲਕੁਲ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੌਕੇ ਤੇ ਦੱਸੀਆਂ ਗਈਆਂ, ਤੇ ਵਿਦਿਆਰਥੀ ਥੋੜਾ ਜਿਹਾ ਪਰੇਸ਼ਾਨ ਇਸ ਕਰਕੇ ਵੀ ਸੀ ਜਦੋਂ ਜਾ ਕੇ ਦੇਖਿਆ ਕਿ ਉਹਨਾਂ ਨੂੰ ਕਈ ਸਟੈਪ 'ਚ ਲੰਘਣਾ ਪੈ ਰਿਹਾ ਸੀ। ਕਦੀ ਉਹਨਾਂ ਦਾ ਐਡਮਿਟ ਕਾਰਡ ਹੈ, ਕਦੀ ਉਹਨਾਂ ਦਾ ਕੋਵਿਡ ਟੈਸਟ ਹੈ, ਕਦੀ ਉਹਨਾਂ ਦਾ ਉਹ ਡੈਕਲੇਰੇਸ਼ਨ ਇੱਕ ਲਈ ਨਾਲ ਕਿ ਕੋਵਿਡ ਸੰਬੰਧੀ, ਤੇ ਇਦਾਂ ਦੀਆਂ ਕਈ ਸਟੈਪ ਉਹਨਾਂ ਨੂੰ ਫਾਲਤੂ ਦੇ ਪੈ ਗਏ ਜਿਹੜੇ ਕਿ ਆਮ ਪ੍ਰੀਖਿਆ ਦੇ ਸਮੇਂ ਨਹੀਂ ਹੁੰਦੇ। ਤੇ ਐਸੀ ਤਾਂ ਇੱਥੋਂ ਦੀ ਕਰਕੇ ਜਿਹੜਾ ਪੈਨ ਵਗੈਰਾ ਸੀ ਉਹ ਵੀ ਸੈਂਟਰ 'ਚ ਹੀ ਮਿਲਣੇ ਸੀਗੇ, ਤੇ ਕਈ ਥਾਵਾਂ ਤੇ ਵਿਦਿਆਰਥੀ ਪਰੇਸ਼ਾਨ ਵੀ ਹੋਏ ਜਿੱਥੇ ਕਿ ਹੱਦੋਂ ਵੱਧ ਤਲਾਸ਼ੀ ਲਈ ਗਈ। ਹਾਲਾਂਕਿ ਸਿੰਪਲ ਤਲਾਸ਼ੀ ਨਾਲ ਹੀ ਕੰਮ ਚੱਲ ਜਾਂਦਾ ਹੁੰਦਾ, ਕਈ ਥਾਵਾਂ ਤੇ ਆਈਆਂ ਸ਼ਿਕਾਇਤਾਂ ਹੋਈਆਂ ਕਿ ਤਲਾਸ਼ੀ ਲੈਣ ਦਾ ਜਿਹੜਾ ਸੀਗਾ ਉਹ ਵੀ ਪਰੇਸ਼ਾਨੀ ਦਾ ਸਬੱਬ ਬਣਿਆ ਬੱਚਿਆਂ ਨੂੰ। ਮੈਂ ਆਖਰੀ ਸਵਾਲ ਹੈ ਮੇਰਾ, ਕੀ ਇਹ ਮਾਨਸਿਕਤਾ ਅੱਗੇ ਕੈਰੀ ਕਰਦਾ ਹੈ, ਅੱਗੇ ਨਾਲ ਲੈ ਕੇ ਚੱਲਦਾ ਹੈ ਨੌਜਵਾਨ, ਕਿ ਜਿਵੇਂ ਤੁਸੀਂ ਦੱਸਿਆ ਕਿ ਉਹ ਕਹਿ ਰਹੇ ਸੀ ਬਹੁਤ ਸਾਰੇ ਵਿਦਿਆਰਥੀ ਕਿ ਪੇਪਰ ਪਹਿਲਾਂ ਹੀ ਦੱਸੇ ਹੁੰਦੇ ਆ, 25-25 ਲੱਖ 'ਚ ਵਿਕੀਆਂ ਹੁੰਦੀਆਂ ਜੋ ਇਤਿਹਾਸ 'ਚ ਪਹਿਲਾਂ ਹੋਇਆ, ਕੀ ਇਹ ਮਾਨਸਿਕਤਾ ਅੱਗੇ ਵੀ ਲੈ ਕੇ ਚੱਲਦਾ ਨੌਜਵਾਨ? ਇਹ ਪ੍ਰੀਖਿਆ ਸੀ, ਇਹ ਇੱਕ ਸਾਈਨ ਦੇ ਗਈ, ਇੱਕ ਇਸ਼ਾਰਾ ਕਰ ਗਈ ਕਿ ਸਿਸਟਮ ਨੇ ਬੇਰੁਜ਼ਗਾਰੀ ਨੂੰ ਹੱਲ ਕਰਨ ਵਾਸਤੇ ਕੋਈ ਵੀ ਉਹਦਾ ਪੱਕੇ ਸੋਲੂਸ਼ਨ ਜਾਂ ਚੰਗੇ ਪ੍ਰਬੰਧ ਨਹੀਂ ਕੀਤੇ ਹੋਏ। ਇਲੈਕਸ਼ਨਾਂ ਆ ਗਈਆਂ ਨੇ, ਸਿਸਟਮ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਕਿ ਬੇਰੁਜ਼ਗਾਰੀ ਕਿਸ ਤਰ੍ਹਾਂ ਦੂਰ ਕਰਨੀ। ਬੇਰੁਜ਼ਗਾਰੀ ਇਸ ਤਰ੍ਹਾਂ 2-4 ਟੈਸਟਾਂ ਨਾਲ ਦੂਰ ਨਹੀਂ ਹੁੰਦੀ, ਇਹ ਤਾਂ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ। ਬੇਰੁਜ਼ਗਾਰੀ ਤਾਂ ਸਾਲਾਂਬੱਧੀ ਦਾ ਪ੍ਰੋਸੈਸ ਹੈ। ਫੈਕਟਰੀਆਂ ਹੋਣ, ਛੋਟੇ-ਛੋਟੇ ਕਾਰਖਾਨੇ ਹੋਣ, ਇੰਡਸਟਰੀ ਹੋਵੇ, ਹੋਰ ਮੌਕੇ ਹੋਣ, ਨਾਲ ਦੀ ਨਾਲ ਹੀ ਰੁਜ਼ਗਾਰ ਮਿਲਦਾ ਰਹੇ। ਜਦੋਂ ਹੁਣ ਪੜ੍ਹਨ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਜਾਏਗੀ, ਤੁਸੀਂ ਪ੍ਰੀਖਿਆ ਨਾ ਲਵੋਗੇ, 4-4 ਸਾਲ 5-5 ਸਾਲ ਰੱਖੋਗੇ ਨਾ, ਉਹਨਾਂ ਦੀ ਗਿਣਤੀ ਲੱਖਾਂ ਨੂੰ ਟੱਪ ਜਾਏਗੀ, ਤਾਂ ਫਿਰ ਕੁਝ ਵੀ ਪਾਰਦਰਸ਼ੀ ਨਹੀਂ ਰਹਿ ਜਾਣਾ। ਤੇ ਇਹ ਸਿਸਟਮ ਸਿਰਫ ਤੇ ਸਿਰਫ ਬੇਰੁਜ਼ਗਾਰਾਂ ਦੀ ਪਰੇਸ਼ਾਨੀ ਦਾ ਸਬੱਬ ਬਣੇਗਾ। ਇਹਦੇ ਵਿੱਚੋਂ ਬੜੀਆਂ ਸਮੱਸਿਆਵਾਂ ਹੋਰ ਨਿਕਲਣਗੀਆਂ, ਨੌਜਵਾਨ ਕਰਾਹੇ ਪਏਗਾ। ਵਿਦੇਸ਼ ਨੂੰ ਤਾਂ ਨੌਜਵਾਨ ਜਾ ਹੀ ਰਿਹਾ, ਸਾਰੇ ਵਿਦੇਸ਼ ਵੀ ਨਹੀਂ ਜਾ ਸਕਦੇ, ਤਾਂ ਇੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਐਡਜਸਟ ਨਹੀਂ ਕੀਤਾ ਜਾ ਰਿਹਾ, ਉਹਨਾਂ ਦੀ ਕੋਈ ਸੁਣਵਾਈ ਹੈਗੀ ਨਹੀਂ। ਬੇਰੁਜ਼ਗਾਰੀ ਭੱਤਾ ਕੋਈ ਨਹੀਂ ਹੈਗਾ, ਕੋਈ ਇਹੋ ਜਿਹੀਆਂ ਨਹੀਂ ਸੰਸਥਾਵਾਂ ਹੈਗੀਆਂ ਜਿੱਥੇ ਉਹ ਅਬਜ਼ੋਰਬ ਹੋ ਸਕਣ, ਕਿਉਂਕਿ ਸਮੇਂ ਦੇ ਨਾਲ ਪਿਛਲੇ 10-15 ਸਾਲਾਂ ਵਿੱਚ ਬੇਰੁਜ਼ਗਾਰੀ ਵੱਧ ਹੀ ਇੰਨੀ ਪੰਜਾਬ 'ਚ ਗਈ ਕਿ ਇਸ ਵੇਲੇ ਉਹਦਾ ਇਮੀਡੀਏਟ ਸਟੈਪ ਕੋਈ ਨਹੀਂ, ਸਰਕਾਰਾਂ ਕੋਈ ਹੱਲ ਵੀ ਨਹੀਂ ਕਰ ਸਕਦੀਆਂ, ਸਾਨੂੰ ਦਿਸ ਰਿਹਾ। ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਸਾਨੂੰ ਬੇਰੁਜ਼ਗਾਰੀ ਵੀ ਜਦੋਂ ਵੱਡੇ ਪੱਧਰ ਦੀ ਦਿਸਦੀ ਹੈ, ਉਹ ਨੌਜਵਾਨ ਦਿਸ ਰਿਹਾ ਜੋ ਏਜ ਵਿੱਚ ਨੇ। ਜੇ 28 ਸਾਲ 30 ਸਾਲ ਮੈਕਸੀਮਮ ਹੁੰਦੀ ਹੈ, ਸਾਨੂੰ ਦਿਸਦਾ। ਜੇ ਹੁਣ ਕੱਲ੍ਹ ਵਾਲੇ ਪੇਪਰ ਦੀ ਅਸੀਂ ਗੱਲ ਕਰੀਏ, ਪੰਸਪ ਵਾਲੇ ਦੀ, ਬਹੁਤ ਵੱਡੀ ਗਿਣਤੀ ਉਹਨਾਂ ਦੀ ਹੋ ਗਈ ਜਿਹੜੇ ਲੜਾਈ ਲੜਦੇ ਓਵਰ ਏਜ ਹੋ ਗਏ। ਉਹਨਾਂ ਦੀ ਗੱਲ ਹੁਣ ਕੋਈ ਵੀ ਨਹੀਂ ਕਰਦਾ। 32 33 35 ਸਾਲ ਵਾਲੇ ਵੀ ਅੱਜ ਉਡੀਕ ਰਹੇ ਹੈ ਕਿ ਉਹਨਾਂ ਕੋਲੇ ਵੀ ਨੌਕਰੀ ਨਹੀਂ ਹੈ। ਅਸੀਂ ਤਾਂ ਸਿਰਫ ਹਾਲੇ ਉਹਨਾਂ ਦੀ ਲੜਾਈ ਲੜ ਰਹੇ ਹਾਂ ਜੋ ਏਜ ਦੇ ਵਿੱਚ ਨੇ। ਜਿਹੜੇ ਓਵਰ ਏਜ ਹੈ ਉਹਨਾਂ ਦੀ ਗਿਣਤੀ ਵੀ ਪੰਜਾਬ 'ਚ ਬਹੁਤ ਵੱਡੀ ਹੋਣੀ ਹੈ, ਬਹੁਤ ਵੱਡੀ ਹੈ ਜੀ। ਖਾਸ ਕਰਕੇ ਜਿਹੜਾ ਜਿਵੇਂ ਐਜੂਕੇਸ਼ਨ ਦੇ ਵਿੱਚ ਨੇ BEd ETT ਵਿਦਿਆਰਥੀ ਜਿਨ੍ਹਾਂ ਨੇ ਕੀਤੀ ਹੋਈ ਹੈ, ਜਿਨ੍ਹਾਂ ਦੀ ਗਿਣਤੀ ਵੀ ਹੁਣ ਲੱਖਾਂ ਦੇ ਵਿੱਚ ਹੀ ਹੋ ਗਈ ਹੋਈ ਹੈ।
3 ਸਾਲ ਤੱਕ ਟੈਟ ਹੀ ਨਹੀਂ ਲਿਆ। ਉਹ ਤਾਂ ਅਜੇ ਐਲੀਜੀਬਲ ਹੀ ਨਹੀਂ ਹੈਗੇ। ਜਿਹੜੇ ਐਲੀਜੀਬਲ ਸੀ ਪਹਿਲਾਂ ਟੈਟ ਕੀਤਾ ਹੋਇਆ ਸੀ ਉਹ ਓਵਰੇਜ ਹੋ ਰਹੇ ਨੇ। ਇਹ ਦੇਖੋ ਦੋ ਤਰ੍ਹਾਂ ਦੇ ਸਾਡੇ ਕੋਲੇ ਵਿਦਿਆਰਥੀ ਬੈਠੇ ਨੇ ਸਾਹਮਣੇ। ਇੱਕ ਤਾਂ ਉਹ ਨੇ ਜਿਹਨੇ ਕੁਆਲੀਫਾਈ ਤਾਂ ਕਰੀ ਬੈਠੇ ਨੇ, ਬੀਐਡ ਕਰੀ ਬੈਠੇ ਨੇ, ਈਟੀਟੀ ਕਰੀ ਬੈਠੇ, ਪਰ ਟੈਟ ਨਹੀਂ ਹੋਇਆ ਪਿਛਲੇ 3 ਸਾਲ ਤੋਂ। ਟੈਟ ਤੋਂ ਬਿਨਾਂ ਉਹ ਅਪਲਾਈ ਨਹੀਂ ਕਰ ਸਕਦੇ। ਜਿਨ੍ਹਾਂ ਨੇ ਟੈਟ ਕੀਤਾ ਸੀ ਕੁਝ ਸਾਲ ਪਹਿਲਾਂ ਉਹ ਉਡੀਕਦੇ ਭਰਤੀਆਂ ਉਡੀਕ ਕੇ ਓਵਰੇਜ ਹੋ ਗਏ ਨੇ। ਓਵਰੇਜ ਹੋ ਗਏ, ਬਿਲਕੁਲ ਠੀਕ ਹੈ। ਹਾਂਜੀ, ਤੇ ਉਹਨਾਂ ਨੂੰ ਕੋਈ ਚਾਂਸ ਨਹੀਂ ਮਿਲਣਾ, ਕੋਈ ਮੌਕਾ ਨਹੀਂ ਮਿਲਣਾ, ਕਿਉਂਕਿ ਉਹਨਾਂ ਨੂੰ ਜੇ ਮੌਕਾ ਉਮਰ ਵਧਾਓਗੇ ਤੇ ਥੱਲੇ ਹੋਰ ਪਨੀਰੀ ਤਿਆਰ ਬੈਠੀ ਹੈ, ਗਿਣਤੀ ਫਿਰ ਵੱਧ ਜਾਂਦੀ। ਤਾਂ ਓਵਰਆਲ ਸਿਸਟਮ ਦਾ ਕੀ ਫੇਲੀਅਰ ਹੁੰਦਾ ਇਸ ਪੂਰੇ ਜਿਹੜੀ ਇਹ ਪ੍ਰੀਖਿਆ ਸੀ, ਇਹਨੇ ਇੱਕ ਸ਼ੀਸ਼ਾ ਕਰਕੇ ਦਿਖਾਤਾ। ਔਰ ਜਿਸ ਤਰ੍ਹਾਂ ਤੁਸੀਂ ਉਹਨੂੰ ਬਖੂਬੀ ਬਿਆਨ ਕੀਤਾ ਕਿ ਉਦਾਸ ਚਿਹਰੇ ਨੇ, ਹਾਲਾਂਕਿ ਇਹ ਤਾਂ ਉਦਾਸ ਕਰਨ ਵਾਲਾ ਇੱਕ ਮੰਜ਼ਰ ਸੀਗਾ, ਇਸ ਤੇ ਕੋਈ ਸੈਲੀਬ੍ਰੇਸ਼ਨ ਨਹੀਂ ਹੁੰਦੀ, ਇਹਨੂੰ ਸੈਲੀਬ੍ਰੇਟ ਨਹੀਂ ਕੀਤਾ ਜਾ ਸਕਦਾ। ਪਰ ਤੁਸੀਂ ਜਿਸ ਤਰੀਕੇ ਨਾਲ ਬਿਆਨ ਕੀਤਾ, ਸਰਕਾਰ ਦੇ ਕੰਨਾਂ ਤੱਕ ਵੀ ਇਹ ਗੱਲ ਪਹੁੰਚੀ ਹੈ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਘੱਟੋ ਘੱਟ ਇਹ ਅੱਜ ਦੀ ਤੁਹਾਡੇ ਨਾਲ ਹੋਈ ਇਹ ਖੂਬਸੂਰਤ ਗੱਲਬਾਤ ਜਿਹੜੀ ਸ਼ੀਸ਼ਾ ਦਿਖਾਉਂਦੀ ਹੈ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚੇ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਬਲਜੀਤ ਸਿੰਘ ਜੀ। ਬਹੁਤ ਬਹੁਤ ਸ਼ੁਕਰੀਆ ਜੀ ਜਨਾਬ ਤੁਹਾਡਾ ਵੀ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।